ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਰਮਨ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ। ਹਰ ਵਾਰ ਦੀ ਤਰ੍ਹਾਂ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਨੋਟੀਫਿਕੇਸ਼ਨ ਲੈ ਕੇ ਆਇਆ, ਜਿਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਪੋਸਟਾਂ ਦੀ ਤਾਂ ਅਲੱਗ-ਅਲੱਗ ਪੋਸਟਾਂ ਅਲੱਗ-ਅਲੱਗ ਕੁਆਲੀਫਿਕੇਸ਼ਨ ਤੇ ਅਲੱਗ-ਅਲੱਗ ਏਜ ਗਰੁੱਪ ਦੇ ਲਈ ਆਊਟ ਹੋਈਆਂ ਨੇ, ਜਿਸ ਦੇ ਵਿੱਚ ਕਾਫੀ ਵਧੀਆ ਸੈਲਰੀ ਤੁਹਾਡੀ ਰਹਿਣ ਵਾਲੀ ਹੈ ਔਰ ਬਿਲਕੁਲ ਰੈਗੂਲਰ ਵੈਕੈਂਸੀਜ਼ ਨੇ। ਇਸ ਦੇ ਵਿੱਚ ਕੋਈ ਵੀ ਇੱਦਾਂ ਦੀ ਵੈਕੈਂਸੀ ਨਹੀਂ ਹੈ ਜਿਹੜੀ ਕਿ ਤੁਹਾਡੀ ਟੈਂਪਰੇਰੀ ਬੇਸਿਸ 'ਤੇ ਹੋਵੇ, ਪਰਮਾਨੈਂਟ ਜੌਬ ਨੇ ਔਰ ਸਰਕਾਰੀ ਜੌਬ ਨੇ। ਤੁਸੀਂ ਜਿੱਦਾਂ ਚਾਹੁੰਦੇ ਹੋ ਹਰ ਤਰ੍ਹਾਂ ਦੀ ਰਿਕਰੂਟਮੈਂਟ ਇਹਦੇ ਵਿੱਚ ਅਵੇਲੇਬਲ ਹੈਗੀ ਹੈ, ਜਿੱਦਾਂ ਕਿ ਨੈਬ ਤਹਿਸੀਲਦਾਰ, ਸਟੋਰ ਕੀਪਰ ਦੀ, ਇਲੈਕਸ਼ਨ ਕਾਨੂੰਗੋ, ਮਕੈਨਿਕ ਤੇ ਹੋਰ ਕਈ ਵੈਕੈਂਸੀਜ਼ ਹੈਗੀਆਂ ਨੇ। 17 ਤੋਂ 42 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ, ਅਪਲਾਈ ਕਰ ਸਕਦੇ ਨੇ। ਇਸ ਵੀਡੀਓ ਵਿੱਚ ਮੈਂ ਤੁਹਾਨੂੰ ਸਟੈਪ ਬਾਏ ਸਟੈਪ ਦੱਸਾਂਗਾ ਕਿੱਦਾਂ ਅਪਲਾਈ ਕਰਨਾ ਹੈ, ਕਿਹੜੀ ਵੈਕੈਂਸੀ ਲਈ ਕੀ ਐਲੀਜੀਬਿਲਿਟੀ ਮੰਗੀ ਗਈ ਹੈ। ਸੋ ਵੀਡੀਓ ਥੋੜੀ ਜਿਹੀ ਲੰਬੀ ਹੋਏਗੀ, ਸੋ ਬੇਅਰ ਕਰਨਾ ਜੀ, ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਤੇ ਕੋਈ ਨਾ ਕੋਈ ਜੌਬ ਤੁਹਾਡੇ ਲਈ ਜ਼ਰੂਰ ਐਲੀਜੀਬਲ ਹੋਗੇ ਤੁਸੀਂ ਉਹਦੇ ਲਈ। ਤਾਂ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗਾ। ਸੈਲਰੀ ਵੀ ਬਹੁਤ ਵਧੀਆ ਹੈ ਔਰ 18 ਅਗਸਤ ਤੱਕ ਤੁਸੀਂ ਆਰਾਮ ਨਾਲ ਇਹਦੇ ਲਈ ਅਪਲਾਈ ਵੀ ਕਰ ਸਕਦੇ ਹੋ। ਤਾਂ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਜੀ ਰਿਕਰੂਟਮੈਂਟ ਨੋਟੀਫਿਕੇਸ਼ਨ ਦੇ ਵੱਲ, ਤੇ ਉੱਥੇ ਤੁਹਾਨੂੰ ਦੱਸਦਾ ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰਨਾ, ਕੀ ਐਲੀਜੀਬਿਲਿਟੀ ਮੰਗੀ ਗਈ ਹੈ ਜੀ। ਲੇਕਿਨ ਅਗਰ ਤੁਸੀਂ ਉਸ ਤੋਂ ਪਹਿਲਾਂ ਸਾਡੇ ਚੈਨਲ 'ਤੇ ਫਸਟ ਟਾਈਮ ਆ ਰਹੇ ਹੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਦੇਣਾ। ਉਹਦੇ ਨਾਲ ਹਰ ਇੱਕ ਰਿਕਰੂਟਮੈਂਟ ਨੋਟੀਫਿਕੇਸ਼ਨ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇਗਾ ਤੇ ਨਾਲ ਦੀ ਨਾਲ ਤੁਸੀਂ ਚੈੱਕ ਕਰਕੇ ਅਪਲਾਈ ਵੀ ਕਰ ਸਕਦੇ ਹੋ। ਤੇ ਨਾਲ ਦੀ ਦੱਸਣਾ ਚਾਹਾਂਗਾ ਸਾਡੀ ਵੈਬਸਾਈਟ www.glory.com ਨੂੰ ਸਬਸਕ੍ਰਾਈਬ ਕਰ ਲਵੋ। ਉਹਦੇ ਨਾਲ ਵੀ ਸਾਰੇ ਅਪਡੇਟ ਤੁਹਾਡੀ ਈਮੇਲ ਬਾਕਸ ਦੇ ਵਿੱਚ ਤੁਹਾਨੂੰ ਮਿਲਦੇ ਰਿਹਾ ਕਰਨਗੇ। ਔਰ ਅਗਰ ਤੁਸੀਂ ਕਿਸੇ ਵੀ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੇ ਹੋ, ਉਹਦੇ ਲਈ ਬੈਸਟ ਸਟੱਡੀ ਮਟੀਰੀਅਲ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਜੀ, ਤੁਸੀਂ ਚੈੱਕ ਕਰਕੇ ਉਹਦੇ ਲਈ ਅਪਲਾਈ ਕਰ ਪਾਓਗੇ। ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਜੀ ਰਿਕਰੂਟਮੈਂਟ ਨੋਟੀਫਿਕੇਸ਼ਨ ਤੇ ਉੱਥੇ ਆ ਕੇ ਦੱਸਦਾ ਹੈ ਕਿਹੜੀ ਐਲੀਜੀਬਿਲਿਟੀ ਮੰਗੀ ਗਈ ਹੈ ਜੀ। ਸੋ ਸਭ ਤੋਂ ਪਹਿਲੇ ਵੈਕੈਂਸੀ ਦੀ ਗੱਲ ਕਰਦੇ ਹਾਂ ਜੀ। ਇਸ ਦੇ ਵਿੱਚ ਜਿਹੜੀ ਪੋਸਟ ਆਊਟ ਹੋਈ ਹੈ ਇਲੈਕਸ਼ਨ ਨੈਬ ਤਹਿਸੀਲਦਾਰ ਦੀਆਂ ਟੋਟਲ 6 ਪੋਸਟਾਂ ਆਊਟ ਹੋਈਆਂ ਨੇ, ਜਿਸ ਦੇ ਵਿੱਚ ਤੁਹਾਡੀ ਸੈਲਰੀ ਜਿਹੜੀ ਜੀ 35,400 ਤੋਂ ਲੈ ਕੇ ਇਸ ਦੇ ਵਿੱਚ 1,12,400 ਰਹਿਣ ਵਾਲੀ ਹੈ। ਤੁਹਾਡੀ ਅਗਰ ਏਜ ਗਰੁੱਪ ਦੀ ਗੱਲ ਕਰੀਏ ਤਾਂ 17 ਸਾਲ ਤੋਂ ਲੈ ਕੇ 42 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ, ਅਪਲਾਈ ਕਰ ਸਕਦੇ ਨੇ। ਜਿਹੜੇ ਵੀ ਕੈਂਡੀਡੇਟ ਨੇ ਇਸ ਦੇ ਵਿੱਚ BA BCom ਕੀਤੀ ਹੋਈ ਜਾਂ ਇਸ ਦੇ ਇਕੁਇਲੈਂਟ ਰਿਕੋਗਨਾਈਜ਼ਡ ਯੂਨੀਵਰਸਿਟੀ ਤੋਂ ਪਾਸ ਆਊਟ ਕੀਤੀ ਹੈ, ਤਾਂ ਇਹਦੇ ਲਈ ਅਪਲਾਈ ਕਰ ਸਕਦੇ ਨੇ। ਹਿੰਦੀ ਸੰਸਕ੍ਰਿਤ ਜਿਹੜਾ ਤੁਹਾਡਾ ਸਬਜੈਕਟ ਹੋਣਾ ਚਾਹੀਦਾ ਮੈਟ੍ਰਿਕ ਦੇ ਵਿੱਚ ਜਾਂ ਇਸ ਦੇ ਹਾਇਰ, ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੋ ਤੇ ਅਪਲਾਈ ਕਰ ਪਾਓਗੇ। ਨੈਕਸਟ ਪੋਸਟ ਦੀ ਗੱਲ ਕਰੀਏ ਜੀ, ਇਸ ਦੇ ਵਿੱਚ ਇਲੈਕਸ਼ਨ ਕਾਨੂੰਗੋ ਦੀਆਂ ਜਿਹੜੀਆਂ ਨੇ ਟੋਟਲ 21 ਪੋਸਟਾਂ ਹੋਰ ਵੀ ਆਊਟ ਕੀਤੀਆਂ ਗਈਆਂ ਨੇ। ਸੇਮ ਸੈਲਰੀ ਵਿੱਚ ਰਹੇਗੀ, 1742 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਤੇ ਸੇਮ BA BCom ਵਾਲੇ ਐਲੀਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ। ਸਿਰਫ ਐਲੀਜੀਬਿਲਿਟੀ 'ਚ ਹਿੰਦੀ ਸੰਸਕ੍ਰਿਤ ਸਬਜੈਕਟ ਜਿਹੜਾ ਮੈਟ੍ਰਿਕ ਦੇ ਵਿੱਚ ਹੋਣਾ ਤੁਹਾਡਾ ਜ਼ਰੂਰੀ ਹੈ ਜੀ। ਉਸ ਤੋਂ ਬਾਅਦ ਅਗਰ ਅਸੀਂ ਗੱਲ ਕਰੀਏ, ਇਸ ਦੇ ਵਿੱਚ 117 ਜਿਹੜੀਆਂ ਨੇ ਸੁਪਰਵਾਈਜ਼ਰ ਦੀਆਂ ਪੋਸਟ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ। ਕੈਟਾਗਰੀ ਵਾਈਜ਼ ਉਹਨਾਂ ਨੇ ਨੀਚੇ ਬ੍ਰੇਕਅਪ ਦਿੱਤਾ ਹੋਇਆ ਹੈ। ਇਸ ਦੇ ਵਿੱਚ ਤੁਹਾਡੀ ਸੈਲਰੀ ਜਿਹੜੀ ਹੈ ਜੀ 5200 ਤੋਂ ਲੈ ਕੇ 20,200 ਪਲੱਸ ਇਹਦੇ ਵਿੱਚ 2400 ਤੁਹਾਨੂੰ ਗ੍ਰੇਡ ਪੇ ਵੀ ਦਿੱਤਾ ਜਾਏਗਾ। ਏਜ ਗਰੁੱਪ ਦੀ ਗੱਲ ਕਰਾਂ ਤੇ 17 ਸਾਲ ਤੋਂ ਲੈ ਕੇ 42 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ, ਅਪਲਾਈ ਕਰ ਪਾਉਣਗੇ। ਜਿਨ੍ਹਾਂ ਨੇ ਮੈਟ੍ਰਿਕ ਮਤਲਬ ਹਿੰਦੀ ਸੰਸਕ੍ਰਿਤ ਵਿੱਚ ਕੀਤੀ ਹੋਈ ਐਜ਼ ਅ ਇੱਕ ਸਬਜੈਕਟ, ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੋ। ITI ਦਾ ਸਰਟੀਫਿਕੇਟ ਹੈਗਾ ਜਿਹੜਾ ਕਿ ਬਿਲਡਿੰਗ ਐਂਡ ਮੇਨਟੇਨੈਂਸ ਜਾਂ ਬਿਲਡਿੰਗ ਐਂਡ ਕੰਸਟਰਕਟਰ ਦੇ ਵਿੱਚ, ਜਾਂ ਫਿਰ 2 ਸਾਲ ਦਾ ਐਕਸਪੀਰੀਅੰਸ ਹੈਗਾ ਰੈਲੇਵੈਂਟ ਫੀਲਡ ਦਾ, ਤਾਂ ਉਹ ਇਹਦੇ ਲਈ ਐਲੀਜੀਬਲ ਨੇ, ਅਪਲਾਈ ਕਰ ਸਕਦੇ ਨੇ। ਨੈਕਸਟ ਪੋਸਟ ਦੀ ਗੱਲ ਕਰਾਂ ਤਾਂ ਇਸ ਦੇ ਵਿੱਚ 39 ਪੋਸਟ ਜਿਹੜੀਆਂ ਨੇ ਆਟੋ ਡੀਜ਼ਲ ਮਕੈਨਿਕ ਦੀਆਂ ਆਊਟ ਕੀਤੀਆਂ ਗਈਆਂ ਨੇ, ਜਿਨ੍ਹਾਂ ਨੂੰ ਉਹਨਾਂ ਨੇ ਕੈਟਾਗਰੀ ਵਾਈਜ਼ ਬ੍ਰੇਕਅਪ ਕੀਤਾ ਹੋਇਆ, ਤੁਸੀਂ ਦੇਖ ਪਾ ਰਹੇ ਹੋ। ਇਸ ਦੇ ਵਿੱਚ ਸੈਲਰੀ ਸੇਮ ਤੁਹਾਡੀ 5200 ਤੋਂ ਲੈ ਕੇ 20,200 ਰਹਿਣ ਵਾਲੀ ਹੈ, ਪਲੱਸ 2400 ਤੁਹਾਡਾ ਜਿਹੜਾ ਚ ਗ੍ਰੇਡ ਪੇ ਰਹੇਗਾ। ਇਸ ਦੇ ਵਿੱਚ ਤੁਸੀਂ ਏਜ ਜਿਹੜੀ ਹੈ 17 ਤੋਂ ਲੈ ਕੇ 42 ਸਾਲ ਤੱਕ ਹੈ, ਤਾਂ ਤੁਸੀਂ ਐਲੀਜੀਬਲ ਹੋ ਤੇ ਅਪਲਾਈ ਕਰ ਸਕਦੇ ਹੋ। ਨੈਕਸਟ ਗੱਲ ਕਰਦੇ ਹਾਂ ਕੁਆਲੀਫਿਕੇਸ਼ਨ ਦੀ। ਇਸ ਦੇ ਵਿੱਚ ਜਿਨ੍ਹਾਂ ਨੇ ਮੈਟ੍ਰਿਕ ਪਾਸ ਕੀਤੀ ਹੋਈ ਹੈ ਹਿੰਦੀ ਸੰਸਕ੍ਰਿਤ ਦੇ ਵਿੱਚ ਸਬਜੈਕਟ ਹੈਗਾ ਉਹਨਾਂ ਦਾ ਜਿਹੜਾ ਇਹਦੇ ਵਿੱਚ, ਤਾਂ ਤੁਸੀਂ ਅਪਲਾਈ ਕਰ ਪਾਓਗੇ। ਔਰ ITI ਸਰਟੀਫਿਕੇਟ ਹੈਗਾ ਮਕੈਨਿਕ ਡੀਜ਼ਲ ਦਾ ਜਾਂ ਮਕੈਨਿਕ ਮੋਟਰ ਵਹੀਕਲ ਦਾ ਟ੍ਰੇਡ ਦੇ ਵਿੱਚ, ਤਾਂ ਤੁਸੀਂ ਅਪਲਾਈ ਕਰ ਪਾਓਗੇ। 2 ਸਾਲ ਦਾ ਐਕਸਪੀਰੀਅੰਸ ਰੈਲੇਵੈਂਟ ਡਿਸਿਪਲਿਨ ਦਾ ਹੈਗਾ ਤਾਂ ਜ਼ਰੂਰ ਅਪਲਾਈ ਕਰ ਸਕਦੇ ਹੋ ਜੀ। ਨੈਕਸਟ ਪੋਸਟ ਦੀ ਗੱਲ ਕਰੀਏ, ਕਾਰਪੈਂਟਰ ਦੀਆਂ 33 ਪੋਸਟਾਂ ਆਊਟ ਕੀਤੀਆਂ ਗਈਆਂ ਨੇ। ਇਸ ਦੇ ਵਿੱਚ ਵੀ 5200 ਤੋਂ ਲੈ ਕੇ 20,200 ਤੁਹਾਡੀ ਜਿਹੜੀ ਸੈਲਰੀ ਰਹੇਗੀ, ਪਲੱਸ ਇਸ ਦੇ ਵਿੱਚ 2400 ਤੁਹਾਡਾ ਗ੍ਰੇਡ ਪੇ ਜਿਹੜਾ ਜੀ ਰਹਿਣ ਵਾਲਾ ਹੈ। ਉਸ ਤੋਂ ਬਾਅਦ 17 ਤੋਂ ਲੈ ਕੇ 42 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ। ਐਸੈਂਸ਼ੀਅਲ ਕੁਆਲੀਫਿਕੇਸ਼ਨ ਦੀ ਗੱਲ ਕਰਾਂ, ਜਿਨ੍ਹਾਂ ਨੇ ਮੈਟ੍ਰਿਕ ਪਾਸ ਕੀਤੀ ਹੋਈ ਹੈ ਹਿੰਦੀ ਅਤੇ ਸੰਸਕ੍ਰਿਤ ਦੇ ਵਿੱਚ ਐਜ਼ ਅ ਸਬਜੈਕਟ ਮੈਟ੍ਰਿਕ ਦੇ ਵਿੱਚ, ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੋ ਤੇ ਅਪਲਾਈ ਕਰ ਸਕਦੇ ਹੋ। ਤੁਹਾਡੇ ਕੋਲ ITI ਸਰਟੀਫਿਕੇਟ ਹੈਗਾ ਕਾਰਪੈਂਟਰ ਟ੍ਰੇਡ ਦਾ, ਤਾਂ ਤੁਸੀਂ ਅਪਲਾਈ ਕਰ ਪਾਓਗੇ ਜੀ। 3 ਸਾਲ ਦਾ ਐਕਸਪੀਰੀਅੰਸ ਹੈਗਾ ਰੈਲੇਵੈਂਟ ਫੀਲਡ ਦਾ, ਤਾਂ ਤੁਸੀਂ ਅਪਲਾਈ ਕਰ ਪਾਓਗੇ। ਨੈਕਸਟ ਇਹਦੇ ਵਿੱਚ ਅਗਰ ਗੱਲ ਕਰੀਏ ਤਾਂ 4 ਪੋਸਟਾਂ ਪਲੰਬਰ ਦੀਆਂ ਆਊਟ ਕੀਤੀਆਂ ਗਈਆਂ ਨੇ, ਜਿਹਦੇ ਵਿੱਚ ਤੁਹਾਡੀ ਸੈਲਰੀ ਸੇਮ 20,500 ਤੇ ਪਲੱਸ 2400 ਗ੍ਰੇਡ ਪੇ ਜਿਹੜਾ ਜੀ ਉਹ ਮੰਗਿਆ ਜਾਏਗਾ। ਔਰ ਇਸ ਦੇ 17 ਸਾਲ ਤੋਂ ਲੈ ਕੇ 42 ਸਾਲ ਤੱਕ ਦੇ ਕੈਂਡੀਡੇਟ ਜਿਹੜੇ ਨੇ ਜੀ ਉਹ ਐਲੀਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ। ਐਸੈਂਸ਼ੀਅਲ ਕੁਆਲੀਫਿਕੇਸ਼ਨ ਦੀ ਮੈਂ ਗੱਲ ਕਰਾਂ
ਜਿਨ੍ਹਾਂ ਨੇ ਮੈਟ੍ਰਿਕ ਪਾਸ ਕੀਤੀ ਹੋਈ ਹੈ ਹਿੰਦੀ ਜਾਂ ਸੰਸਕ੍ਰਿਤ ਦੋਨਾਂ ਚੋਂ ਇੱਕ ਸਬਜੈਕਟ ਦੇ ਵਿੱਚ, ਤਾਂ ਉਹ ਇਹਦੇ ਲਈ ਐਲੀਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ। ਔਰ ਇਸ ਤੋਂ ਬਾਅਦ ਨੈਕਸਟ ਜਿਹੜਾ ITI ਸਰਟੀਫਿਕੇਟ ਜਿਨ੍ਹਾਂ ਕੋਲ ਹੈਗਾ ਟ੍ਰੇਡ ਪਲੰਬਰ ਦੇ ਵਿੱਚ ਜਾਂ ਫਿਟਰ ਦੇ ਵਿੱਚ, ਤਾਂ ਉਹ ਅਪਲਾਈ ਕਰ ਸਕਦੇ ਨੇ ਜੀ। 2 ਸਾਲ ਦਾ ਐਕਸਪੀਰੀਅੰਸ ਮੰਗਿਆ ਗਿਆ ਰੈਲੇਵੈਂਟ ਫੀਲਡ ਦਾ। 9 ਪੋਸਟਾਂ ਜਿਹੜੀਆਂ ਨੇ ਰਿਸੈਪਸ਼ਨਿਸਟ ਕਮ ਟੈਲੀਫੋਨ ਆਪਰੇਟਰ ਦੀਆਂ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ। ਇਸ ਦੇ ਵਿੱਚ ਵੀ ਤੁਹਾਡੀ ਸੈਲਰੀ ਸੇਮ 20,600 ਪਲੱਸ ਇਸ ਦੇ ਵਿੱਚ ਗ੍ਰੇਡ ਪੇ 1900 ਜਿਹੜਾ ਹੈ ਜੀ ਉਹ ਤੁਹਾਡਾ ਰਹੇਗਾ। 17 ਸਾਲ ਤੋਂ ਲੈ ਕੇ 42 ਸਾਲ ਤੱਕ ਦੇ ਕੈਂਡੀਡੇਟ ਜਿਹੜੇ ਨੇ ਜੀ ਉਹ ਐਲੀਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ। ਐਸੈਂਸ਼ੀਅਲ ਕੁਆਲੀਫਿਕੇਸ਼ਨ ਦੀ ਅਗਰ ਮੈਂ ਗੱਲ ਕਰਾਂ, ਮੈਟ੍ਰਿਕ ਹਿੰਦੀ ਜਾਂ ਸੰਸਕ੍ਰਿਤ ਦੇ ਵਿੱਚ ਕੀਤੀ ਹੋਈ ਹੈ ਐਜ਼ ਅ ਇੱਕ ਸਬਜੈਕਟ ਦੇ ਵਿੱਚ ਦੋਨਾਂ ਵਿੱਚੋਂ, ਤੇ ਨੌਲੇਜ ਹੈਗੀ ਹੈ ਤੁਹਾਨੂੰ EPBX ਸਿਸਟਮ ਦੀ ਜੋ ਕਿ ਕਮਿਊਨੀਕੇਸ਼ਨ ਲਈ ਯੂਜ਼ ਹੁੰਦਾ ਹੈ ਜੀ। ਔਰ 2 ਸਾਲ ਦਾ ਐਕਸਪੀਰੀਅੰਸ ਹੈਗਾ ਰਿਸੈਪਸ਼ਨਿਸਟ ਤੇ ਟੈਲੀਫੋਨ ਆਪਰੇਟਰ ਦਾ, ਤਾਂ ਤੁਸੀਂ ਅਪਲਾਈ ਕਰ ਪਾਓਗੇ ਜੀ। ਨੈਕਸਟ ਜਿਹੜੀ ਹੈ ਪੋਸਟਾਂ ਨੇ, ਇੱਕ ਪੋਸਟ ਜਿਹੜੀ ਹੈ ਜੀ ਸਰਵੇਅਰ ਦੀ ਆਊਟ ਕੀਤੀ ਗਈ ਹੈ। ਇਸ ਦੇ ਵਿੱਚ ਵੀ ਸੈਲਰੀ ਤੁਹਾਡੀ 20,200 ਪਲੱਸ ਤੁਹਾਨੂੰ ਗ੍ਰੇਡ ਪੇ 2400 ਜਿਹੜਾ ਹੈ ਜੀ ਦਿੱਤਾ ਜਾਏਗਾ। ਐਸੈਂਸ਼ੀਅਲ ਕੁਆਲੀਫਿਕੇਸ਼ਨ ਦੀ ਮੈਂ ਗੱਲ ਕਰਾਂ ਤਾਂ ਮੈਟ੍ਰਿਕ ਜਿਨ੍ਹਾਂ ਨੇ ਹਿੰਦੀ ਸੰਸਕ੍ਰਿਤ ਦੇ ਵਿੱਚ ਐਜ਼ ਅ 1 ਸਬਜੈਕਟ ਕੀਤੀ ਹੋਈ ਕਿਸੇ ਵੀ ਇੱਕ ਸਬਜੈਕਟ ਦੇ ਵਿੱਚ, ਤਾਂ ਬੇਸਿਕ ਨੌਲੇਜ ਕੰਪਿਊਟਰ ਦੀ ਹੈਗੀ ਹੈ। 2 ਸਾਲ ਦਾ ITI ਸਰਟੀਫਿਕੇਟ ਹੈਗਾ ਟ੍ਰੇਡ ਸਰਵੇਅਰ ਦਾ, ਤਾਂ ਤੁਸੀਂ ਇਹਦੇ ਲਈ ਜਿਹੜਾ ਹੈ ਅਪਲਾਈ ਕਰ ਪਾਓਗੇ। 2 ਸਾਲ ਦਾ ਐਕਸਪੀਰੀਅੰਸ ਮੰਗਿਆ ਗਿਆ ਰੈਲੇਵੈਂਟ ਫੀਲਡ ਦੇ ਵਿੱਚ, ਤੁਸੀਂ ਅਪਲਾਈ ਕਰ ਸਕਦੇ ਹੋ ਜੀ। ਪੋਸਟ ਜਿਹੜੀਆਂ ਨੇ ਨੈਕਸਟ ਉਹ 27 ਪੋਸਟਾਂ ਪੇਂਟਰ ਦੀਆਂ ਆਊਟ ਕੀਤੀਆਂ ਗਈਆਂ ਨੇ, ਜਿਸ ਦੇ ਵਿੱਚ ਤੁਹਾਨੂੰ ਅਗਰ ਗੱਲ ਕਰੀਏ ਅਸੀਂ ਤਾਂ ਇਹ ਸੈਲਰੀ 20,200 ਪਲੱਸ 2400 ਤੁਹਾਡਾ ਗ੍ਰੇਡ ਪੇ ਜਿਹੜਾ ਜੀ ਤੁਹਾਨੂੰ ਇਹ 'ਚ ਦਿੱਤਾ ਜਾਏਗਾ। ਇਸ ਦੇ ਵਿੱਚ ਵੀ 17 ਸਾਲ ਤੋਂ ਲੈ ਕੇ 42 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ, ਅਪਲਾਈ ਕਰ ਸਕਦੇ ਨੇ। ਤੁਸੀਂ ਮੈਟ੍ਰਿਕ ਪਾਸ ਕੀਤੀ ਹੋਈ ਹੈ ਹਿੰਦੀ ਸੰਸਕ੍ਰਿਤ ਦੇ ਵਿੱਚ ਔਰ ITI ਦਾ ਸਰਟੀਫਿਕੇਟ ਤੁਹਾਡੇ ਕੋਲ ਹੈਗਾ ਪੇਂਟਰ ਦਾ, ਤਾਂ ਤੁਸੀਂ ਅਪਲਾਈ ਕਰ ਪਾਓਗੇ। 2 ਸਾਲ ਦਾ ਐਕਸਪੀਰੀਅੰਸ ਰੈਲੇਵੈਂਟ ਫੀਲਡ ਦਾ ਜਿਹੜਾ ਅਗਰ ਤੁਹਾਨੂੰ ਹੈਗਾ ਤਾਂ ਤੁਸੀਂ ਤੁਹਾਡੇ ਲਈ ਬੈਸਟ ਰਹੇਗਾ ਔਰ ਤੁਸੀਂ ਅਪਲਾਈ ਵੀ ਕਰ ਸਕਦੇ ਹੋ। 23 ਪੋਸਟਾਂ ਮੈਸਨ ਦੀ ਆਊਟ ਕੀਤੀਆਂ ਗਈਆਂ ਨੇ ਜੀ। ਇਸ ਦੇ ਵਿੱਚ 5200 ਤੋਂ ਲੈ ਕੇ 20,200 ਤੁਹਾਡੀ ਸੈਲਰੀ ਰਹਿਣ ਵਾਲੀ ਹੈ ਔਰ ਇਸ ਦੇ ਵਿੱਚ ਜਿਹੜੀ ਤੁਹਾਡੀ 2400 ਰੁਪਏ ਤੁਹਾਨੂੰ ਗ੍ਰੇਡ ਪੇ ਵੀ ਦਿੱਤਾ ਜਾਏਗਾ। 17 ਤੋਂ ਲੈ ਕੇ 42 ਸਾਲ ਤੱਕ ਦੇ ਕੈਂਡੀਡੇਟ ਜਿਹੜੇ ਨੇ ਜੀ ਉਹ ਐਲੀਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ। ਮੈਟ੍ਰਿਕ ਜਿਹਨਾਂ ਨੇ ਹਿੰਦੀ ਸੰਸਕ੍ਰਿਤ ਦੇ ਵਿੱਚ ਕੀਤੀ ਹੋਈ ਕਿਸੇ ਵੀ ਇੱਕ ਸਬਜੈਕਟ ਦੇ ਵਿੱਚ ਔਰ ITI ਸਰਟੀਫਿਕੇਟ ਹੈਗਾ ਜਿਹਨਾਂ ਦਾ ਮੈਸਨ ਬਿਲਡਿੰਗ ਕੰਸਟਰਕਟਰ ਦਾ, ਤੇ ਇਸ ਦੇ ਵਿੱਚ 2 ਸਾਲ ਦਾ ਐਕਸਪੀਰੀਅੰਸ ਮੰਗਿਆ ਗਿਆ ਹੈ। ਅਗਰ ਹੈਗਾ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਜੀ। ਉਸ ਤੋਂ ਬਾਅਦ 7 ਪੋਸਟ ਜਿਹੜੀਆਂ ਨੇ ਮਕੈਨਿਕ ਦੀਆਂ ਆਊਟ ਕੀਤੀਆਂ ਗਈਆਂ ਨੇ। ਇਸ ਦੇ ਵਿੱਚ ਤੁਹਾਡੀ 5200 ਤੋਂ ਲੈ ਕੇ ਜਿਹੜੀ ਹੈ ਜੀ 20,200 ਸੈਲਰੀ ਰਹਿਣ ਵਾਲੀ ਹੈ ਤੇ ਪਲੱਸ ਤੁਹਾਨੂੰ ਇਸ ਦੇ ਵਿੱਚ 2400 ਜਿਹੜਾ ਹੈ ਜੀ ਉਹ ਗ੍ਰੇਡ ਪੇ ਦਿੱਤਾ ਜਾਏਗਾ। 17 ਸਾਲ ਤੋਂ ਲੈ ਕੇ 42 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ। ਔਰ ਐਸੈਂਸ਼ੀਅਲ ਕੁਆਲੀਫਿਕੇਸ਼ਨ ਦੀ ਅਗਰ ਮੈਂ ਗੱਲ ਕਰਾਂ, ਮੈਟ੍ਰਿਕ ਜਿਨ੍ਹਾਂ ਨੇ ਪਾਸ ਕੀਤੀ ਹੋਈ ਹੈ ਜੀ ਹਿੰਦੀ ਔਰ ਸੰਸਕ੍ਰਿਤ ਦੇ ਵਿੱਚ ਔਰ ਇਸ ਦੇ ਵਿੱਚ ਕਿਸੇ ਵੀ ਇੱਕ ਸਬਜੈਕਟ ਦੇ ਵਿੱਚ, ਔਰ 2 ਸਾਲ ਦੀ ITI ਜਿਹੜੀ ਹੈ ਜੀ ਉਹ ਅਗਰ ਹੈਗੀ ਰੈਫਰੀਜਰੇਸ਼ਨ ਦੇ ਵਿੱਚ ਔਰ 2 ਸਾਲ ਦਾ ਐਕਸਪੀਰੀਅੰਸ ਰੈਲੇਵੈਂਟ ਫੀਲਡ ਦਾ ਹੈਗਾ ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੋ ਤੇ ਅਪਲਾਈ ਕਰ ਸਕਦੇ ਹੋ। ਉਸ ਤੋਂ ਬਾਅਦ 2 ਪੋਸਟਾਂ ਜਿਹੜੀਆਂ ਲਿਫਟ ਆਪਰੇਟਰ ਦੀਆਂ ਆਊਟ ਕੀਤੀਆਂ ਗਈਆਂ ਨੇ ਜੀ। 5200 ਤੋਂ ਲੈ ਕੇ 20,200 ਤੁਹਾਡੀ ਸੈਲਰੀ ਰਹਿਣ ਵਾਲੀ ਹੈ ਔਰ ਇਸ ਦੇ ਵਿੱਚ 1900 ਤੁਹਾਨੂੰ ਜਿਹੜਾ ਹੈ ਜੀ ਗ੍ਰੇਡ ਪੇ ਦਿੱਤਾ ਜਾਏਗਾ। 17 ਸਾਲ ਤੋਂ ਲੈ ਕੇ 42 ਸਾਲ ਤੱਕ ਦੇ ਕੈਂਡੀਡੇਟ ਜਿਹੜੇ ਨੇ ਜੀ ਉਹ ਐਲੀਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ। ਮੈਟ੍ਰਿਕ ਹਿੰਦੀ ਸੰਸਕ੍ਰਿਤ ਦੇ ਵਿੱਚ ਪਾਸ ਆਊਟ ਕੀਤੀ ਹੋਈ ਹੈ ਇੱਕ ਸਬਜੈਕਟ ਦੇ ਵਿੱਚ, ਤਾਂ ਤੁਸੀਂ ਅਪਲਾਈ ਕਰ ਪਾਓਗੇ। ਤੇ ਇਸ ਦੇ ਵਿੱਚ 5 ਸਾਲ ਦਾ ਐਕਸਪੀਰੀਅੰਸ ਆਪਰੇਟਰ ਲਿਫਟ ਦਾ ਜਿਹੜਾ ਮੰਗਿਆ ਗਿਆ ਹੈ। ਉਸ ਤੋਂ ਬਾਅਦ ਜਿਹੜੇ 2 ਪੋਸਟਾਂ ਨੇ ਉਹ ਚਾਰਜਮੈਨ ਦੀਆਂ ਨੇ ਜੋ ਕਿ 에ਅਰ ਕੰਡੀਸ਼ਨਰ ਰੈਫਰੀਜਰੇਸ਼ਨ ਦੇ ਵਿੱਚ ਹੈਗੀਆਂ ਨੇ ਔਰ ਇਸ ਦੇ ਵਿੱਚ ਵੀ ਤੁਹਾਨੂੰ 5200 ਤੋਂ ਲੈ ਕੇ 20,200 ਸੈਲਰੀ ਤੇ 2400 ਤੁਹਾਨੂੰ ਗ੍ਰੇਡ ਪੇ ਦਿੱਤਾ ਜਾਏਗਾ। ਇਹ ਸਾਰਿਆਂ ਲਈ 17 ਤੋਂ ਲੈ ਕੇ 42 ਸਾਲ ਤੱਕ ਦੀ ਹੈ ਜੀ। ਮੈਟ੍ਰਿਕ ਜਿਨ੍ਹਾਂ ਨੇ ਪਾਸ ਕੀਤੀ ਹੋਈ ਹਿੰਦੀ ਸੰਸਕ੍ਰਿਤ ਦੇ ਵਿੱਚ ਤੇ ITI ਰੈਫਰੀਜਰੇਸ਼ਨ ਦੇ ਵਿੱਚ ਕੀਤੀ ਹੋਈ ਹੈ, 5 ਸਾਲ ਦਾ ਐਕਸਪੀਰੀਅੰਸ ਰੈਲੇਵੈਂਟ ਫੀਲਡ ਦਾ ਹੈਗਾ ਤੁਹਾਡੇ ਕੋਲ ਜੋ ਕਿ ਡਾਕੂਮੈਂਟਡ ਹੈ, ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੋ। 10 ਪੋਸਟ ਜਿਹੜੀਆਂ ਨੇ ਚਾਰਜਮੈਨ ਇਲੈਕਟ੍ਰੀਕਲ ਦੀਆਂ ਜਿਹੜੀਆਂ ਆਊਟ ਕੀਤੀਆਂ ਗਈਆਂ ਨੇ ਔਰ ਇਸ ਦੇ ਵਿੱਚ ਅਗਰ ਗੱਲ ਕਰੀਏ ਤੁਹਾਡੀ ਸੈਲਰੀ ਸੇਮ ਹੈ ਜੀ, 2400 ਗ੍ਰੇਡ ਪੇ ਵੀ ਦਿੱਤਾ ਜਾਏਗਾ। 17 ਸਾਲ ਤੋਂ ਲੈ ਕੇ 42 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਜਿਨ੍ਹਾਂ ਨੇ 10th ਦੇ ਨਾਲ ITI ਕੀਤਾ ਹੋਇਆ ਇਲੈਕਟ੍ਰੀਸ਼ੀਅਨ ਟ੍ਰੇਡ ਦੇ ਵਿੱਚ ਔਰ 5 ਸਾਲ ਦਾ ਐਕਸਪੀਰੀਅੰਸ ਹੈਗਾ ਰੈਲੇਵੈਂਟ ਫੀਲਡ ਦਾ, ਤਾਂ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ। ਐਲੀਜੀਬਲ ਜਿਹੜੇ ਨੇ ਉਹ ਹੈਗੇ ਨੇ ਜੀ। ਤੇ ਇਸ ਤੋਂ ਇਲਾਵਾ ਹੋਰ ਕਈ ਵੈਕੈਂਸੀਜ਼ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ, ਜਿੱਦਾਂ ਕਿ ਮਕੈਨਿਕ ਟੂਲ ਦੀਆਂ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਆਟੋ ਇਲੈਕਟ੍ਰੀਸ਼ੀਅਨ ਦੀਆਂ ਨੇ। ਉਸ ਤੋਂ ਬਾਅਦ ਹੋਰ ਵੀ ਕਈ ਜਿਹੜੀਆਂ ਚਾਰਜਮੈਨ ਦੀਆਂ ਪੋਸਟਾਂ ਨੇ ਉਹ ਆਊਟ ਕੀਤੀਆਂ ਗਈਆਂ ਨੇ। ਵੈਕੈਂਸੀ ਵਾਈਜ਼ ਤੁਸੀਂ ਖੁਦ ਵੀ ਚੈੱਕ ਕਰ ਸਕਦੇ ਹੋ। ਇਹ ਘੱਟੋ ਘੱਟ ਜਿਹੜੀਆਂ ਇਹ 30 ਤਰ੍ਹਾਂ ਦੀਆਂ ਅਲੱਗ-ਅਲੱਗ ਪੋਸਟਾਂ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ। ਇਹਦੇ ਲਈ ਤੁਸੀਂ ਜਲਦੀ ਨਾਲ ਅਪਲਾਈ ਕਰ ਲੈਣਾ ਕਿਉਂਕਿ ਇਹਦੇ ਲਈ ਜਿਹੜੀ ਲਾਸਟ ਡੇਟ ਹੈ ਉਹ ਐਕਸਟੈਂਡ ਕੀਤੀ ਗਈ ਹੈ। ਇਹ ਜਿਹੜੀਆਂ ਵੈਕੈਂਸੀਜ਼ ਆਊਟ ਕੀਤੀਆਂ ਗਈਆਂ ਨੇ ਉਹ ਮੈਂ ਤੁਹਾਨੂੰ ਦੱਸ ਦਿੰਦਾ ਹੈ ਜੀ। ਇਹ ਵੈਕੈਂਸੀ ਜਿਹੜੀਆਂ ਆਊਟ ਕੀਤੀਆਂ ਨੇ HSSC ਵੱਲੋਂ ਆਊਟ ਕੀਤੀਆਂ ਗਈਆਂ ਨੇ, ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਵੱਲੋਂ। ਸਾਰੇ ਲਿੰਕ ਤੁਹਾਨੂੰ ਜਿਹੜੇ ਨੇ ਮੈਂ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਾਂਗਾ, ਉੱਥੋਂ ਤੁਸੀਂ ਡਾਊਨਲੋਡ ਕਰਕੇ ਆਪਣੀ ਤਿਆਰੀ ਕਰ ਸਕਦੇ ਹੋ। ਬਹੁਤ ਹੀ ਅਲੱਗ-ਅਲੱਗ ਵੈਕੈਂਸੀ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ, ਸੋ ਤੁਸੀਂ ਇੱਕ ਵਾਰੀ ਜ਼ਰੂਰ ਚੈੱਕ ਕਰਨਾ। ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਤੇ ਨਾਲ ਦੀ ਨਾਲ ਅਪਲਾਈ ਕਰਨਾ ਔਨਲਾਈਨ ਜਿਹੜਾ ਸਟਾਰਟ ਹੋ ਚੁੱਕਾ ਜੀ। ਇਹਦੇ ਲਈ ਲਾਸਟ ਡੇਟ 18 ਜਿਹੜੀ ਅਗਸਤ ਹੈ ਉਹ ਹੈਗੀ ਹੈ। ਇਹਦੇ ਲਈ ਆਲਰੇਡੀ ਜਿਹੜਾ ਹੈ ਅਪਲਾਈ ਕਰਨ ਦੀ ਲਾਸਟ ਡੇਟ ਐਕਸਟੈਂਡ ਕਰ ਚੁੱਕੇ ਹੈ ਜੀ। ਸੋ ਜਲਦੀ ਨਾਲ ਤੁਸੀਂ ਇਹਦੇ ਲਈ ਅਪਲਾਈ ਕਰ ਲਵੋ। ਕੋਈ
ਡਾਊਟ ਹੋਵੇ ਕਿਸੇ ਤਰ੍ਹਾਂ ਦਾ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ। ਮੈਂ ਤੁਹਾਡੇ ਲਈ ਨਵੀਂ ਰਿਕਰੂਟਮੈਂਟ ਨੋਟੀਫਿਕੇਸ਼ਨ ਲੈ ਕੇ ਆਉਂਦਾ ਹੀ ਰਵਾਂਗਾ। ਸੋ ਇਹ ਸੀਗਾ ਜੀ ਅੱਜ ਦਾ ਨੋਟੀਫਿਕੇਸ਼ਨ। ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਜੀ।